ਵੈਰੀ ਗੁੱਡ ਆਫਟਰਨੂਨ 8th ਕਲਾਸ ਬੱਚੋ। ਅੱਜ ਅਸੀਂ ਪੰਜਾਬੀ ਪਾਠ ਪੁਸਤਕ ਦਾ ਪਾਠ 8 ਕਾਠ ਦਾ ਘੋੜਾ ਕਹਾਣੀ ਨੂੰ ਪੜ੍ਹਾਂਗੇ। ਬੱਚੋ, ਕਾਠ ਦਾ ਘੋੜਾ ਕਹਾਣੀ ਮਨਮੋਹਨ ਸਿੰਘ ਦਾਊ ਦੀ ਲਿਖੀ ਹੋਈ ਹੈ। ਇਸ ਕਹਾਣੀ ਵਿੱਚ ਲੇਖਕ ਨੇ ਦੱਸਿਆ ਹੈ ਕਿ ਕੋਈ ਵੀ ਜੀਵ ਪੱਥਰ ਪੈਦਾ ਨਹੀਂ ਕਰ ਸਕਦਾ। ਉਸ ਦੇ ਨਾਲ ਇਹ ਵੀ ਦੱਸਿਆ ਹੈ ਕਿ ਸਾਨੂੰ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ, ਕਿਉਂਕਿ ਈਰਖਾ ਕਰਨਾ ਹੀ ਮਾੜੀ ਗੱਲ ਹੈ। ਈਰਖਾ 100 ਅਪਰਾਧਾਂ ਨੂੰ ਜਨਮ ਦਿੰਦੀ ਹੈ। ਇਸ ਪਾਠ ਵਿੱਚ ਬੱਚੋ ਇੱਕ ਕਹਾਣੀ ਹੈ, ਇੱਕ ਰਾਜਾ ਹੈ ਤੇ ਉਸ ਬਾਰੇ ਕਹਾਣੀ ਹੈ ਜਿਸ ਨੂੰ ਅੱਜ ਅਸੀਂ ਪੜ੍ਹਾਂਗੇ। ਬਹੁਤ ਸਮਾਂ ਪਹਿਲੇ ਦੀ ਗੱਲ ਹੈ। ਇੱਕ ਰਾਜਾ ਇੱਕ ਵਿਸ਼ਾਲ ਰਿਆਸਤ 'ਤੇ ਰਾਜ ਕਰਦਾ ਸੀ। ਵਿਸ਼ਾਲ ਕੀ ਹੁੰਦੀ ਹੈ? ਬਹੁਤ ਵੱਡੀ। ਦਿਨ ਪ੍ਰਤੀ ਦਿਨ ਉਸ ਦੀ ਉਮਰ ਬੁਢਾਪੇ ਵੱਲ ਵੱਧ ਰਹੀ ਸੀ। ਜਿਵੇਂ ਜਿਵੇਂ ਦਿਨ ਪ੍ਰਤੀ ਦਿਨ ਉਹ ਕਿਸ ਵੱਲ ਜਾ ਰਿਹਾ ਸੀ? ਬੁਢਾਪੇ ਵੱਲ। ਪਰ ਉਹ ਬੇਔਲਾਦ ਸੀ। ਬੇਔਲਾਦ ਕੀ ਹੁੰਦਾ? ਜਿਸ ਕੋਲ ਔਲਾਦ ਨਹੀਂ ਹੁੰਦੀ। ਉਸ ਨੂੰ ਦੂਰ ਦੁਰਾਡੇ ਵੈਦਾਂ, ਹਕੀਮਾਂ, ਡਾਕਟਰਾਂ ਪਾਸੋਂ ਇਲਾਜ ਕਰਵਾਇਆ, ਪਰ ਉਸ ਦੀ ਰਾਣੀ ਦੀ ਕੁੱਖ 'ਤੇ ਕੋਈ ਵੀ ਫਲ ਬੱਚੇ ਦੇ ਰੂਪ ਵਿੱਚ ਨਾ ਖਿੜਿਆ। ਇੱਕ ਦਿਨ ਉਸਦੇ ਇੱਕ ਸਿਆਣੇ ਮੰਤਰੀ ਨੇ ਸਲਾਹ ਦਿੱਤੀ ਕਿ ਉਹ ਕਿਸੇ ਨੌਜਵਾਨ ਅਤੇ ਸਿਹਤਮੰਦ ਲੜਕੀ ਨਾਲ ਵਿਆਹ ਕਰਵਾਉਣ, ਫਿਰ ਉਹਨਾਂ ਦੇ ਘਰ ਬੱਚਾ ਹੋ ਸਕਦਾ ਹੈ। ਇੱਕ ਦਿਨ ਰਾਜਾ ਅਤੇ ਉਸਦਾ ਮੰਤਰੀ ਘੋੜੇ 'ਤੇ ਸਵਾਰ ਹੋ ਕੇ ਜੰਗਲ ਵੱਲ ਸੈਰ ਨੂੰ ਚੱਲ ਪਏ। ਜੰਗਲ ਵਿੱਚ ਇੱਕ ਲੜਕੀ ਡੱਕੇ ਚੁਗ ਰਹੀ ਸੀ। ਡੱਕੇ ਕੀ ਹੁੰਦਾ? ਡੱਕੇ ਕੀ ਹੁੰਦਾ? ਪੱਥਰ। ਡੱਕੇ ਕੀ ਹੁੰਦਾ ਬੱਚੋ? ਲੱਕੜੀ ਦੇ ਜਿਹੜੇ ਛੋਟੇ ਛੋਟੇ ਟੁਕੜੇ ਹੁੰਦੇ ਹਨ, ਉਹਨੂੰ ਡੱਕੇ ਆਖਦੇ ਹਨ। ਲੜਕੀ ਬਹੁਤ ਸੁੰਦਰ ਸੀ। ਉਹ ਘੋੜਿਆਂ ਤੋਂ ਸਵਾਰ ਸ਼ਾਨੋ ਸ਼ੌਕਤ ਕੀ ਹੁੰਦਾ? ਬੜੇ ਹੀ ਸੁੰਦਰ, ਬੜੇ ਹੀ ਸ਼ਾਨ ਵਾਲੇ ਬੰਦਿਆਂ ਨੂੰ ਆਪਣੀ ਵੱਲ ਆਉਂਦੇ ਦੇਖ ਕੇ ਇੱਕਦਮ ਸਹਿਮ ਨਾਲ ਘਬਰਾ ਗਈ। ਸਹਿਮ ਕੀ ਹੁੰਦਾ? ਡਰ ਦੇ ਨਾਲ ਘਬਰਾ ਗਈ। ਰਾਜੇ ਨੇ ਉਸ ਨੂੰ ਪੁੱਛਿਆ, ਇਹ ਲੜਕੀ, ਤੂੰ ਇੱਥੇ ਸੁੰਨੇ ਜੰਗਲ ਵਿੱਚ ਕੀ ਕਰ ਰਹੀ ਹੈ? ਰਾਜੇ ਨੇ ਉਸ ਲੜਕੀ ਨੂੰ ਕੀ ਪੁੱਛਿਆ ਕਿ ਤੂੰ ਇਸ ਸੁੰਨੇ ਜੰਗਲ ਵਿੱਚ ਕੀ ਕਰ ਰਹੀ ਹੈ? ਲੜਕੀ ਨੇ ਉੱਤਰ ਦਿੱਤਾ, ਰੋਟੀ ਪਕਾਉਣ ਲਈ ਲੱਕੜੀਆਂ ਇਕੱਠੀਆਂ ਕਰ ਰਹੀ ਹਾਂ। ਰਾਜੇ ਨੇ ਕਿਹਾ, ਤੂੰ ਇਕੱਲੀ ਕਿਉਂ ਫਿਰਦੀ ਹੈ? ਆਪਣੀ ਮਾਂ ਨੂੰ ਨਾਲ ਕਿਉਂ ਨਹੀਂ ਲਿਆਈ? ਲੜਕੀ ਨੇ ਰੋ-ਨਹਾਕੀ ਹੋ ਕੇ ਭਰੇ ਮਨ ਨਾਲ ਕਿਹਾ, ਮਾਂ ਤਾਂ ਮੇਰੀ ਨਹੀਂ ਹੈ, ਪਿਤਾ ਬਿਮਾਰ ਹੈ। ਰਾਜੇ ਨੇ ਪੁੱਛਿਆ, ਪਿਤਾ ਕਿੱਥੇ ਹੈ? ਕੁੜੀ ਨੇ ਜੰਗਲ ਵਿੱਚ ਦੂਰ ਬਣੀ ਹੋਈ ਇੱਕ ਝੁੱਗੀ ਵੱਲ ਇਸ਼ਾਰਾ ਕਰਕੇ ਕਿਹਾ, ਉਸ ਝੁੱਗੀ ਵਿੱਚ ਅਸੀਂ ਪਿਓ ਧੀ ਦੋਵੇਂ ਰਹਿੰਦੇ ਹਾਂ। ਕੋਲ ਖੜੋਤਾ ਮੰਤਰੀ ਬੋਲਿਆ, ਕੀ ਤੂੰ ਆਪਣੇ ਆਪ ਪਿਤਾ ਜੀ ਕੋਲ ਲੈ ਕੇ ਜਾ ਸਕਦੀ ਹੈ? ਲੜਕੀ ਉਹਨਾਂ ਨੂੰ ਆਪਣੇ ਪਿਤਾ ਜੀ ਕੋਲ ਲੈ ਕੇ ਗਈ। ਲੜਕੀ ਦਾ ਬਿਰਧ ਪਿਤਾ ਘਬਰਾ ਕੇ ਉੱਠ ਖੜਾ ਹੋਇਆ। ਧੰਨ ਮਹਾਰਾਜ, ਉਸਨੇ ਕੀ ਕਿਹਾ ਮਹਾਰਾਜ ਨੂੰ ਵੇਖ ਕੇ? ਧੰਨ ਮਹਾਰਾਜ, ਸ਼ੁਕਰ ਹੈ ਅੱਜ ਕੀੜੀ ਦੇ ਘਰ ਨਾਰਾਇਣ ਆਏ ਹਨ। ਕੀੜੀ ਦੇ ਘਰ ਅਰਥਾਤ ਇੱਕ ਸਧਾਰਨ ਮਨੁੱਖ ਦੇ ਘਰ ਪਰਮਾਤਮਾ ਖੁਦ ਆਇਆ ਹੈ। ਮੰਤਰੀ ਨੇ ਬੁੱਢੇ ਨੂੰ ਰਾਜੇ ਲਈ ਉਸ ਦੀ ਲੜਕੀ ਦਾ ਰਿਸ਼ਤਾ ਵੇਖਣ ਲਈ ਕਿਹਾ। ਰਿਸ਼ਤਾ ਵੇਖਣ ਲਈ ਉਸ ਨੂੰ ਕਿਹਾ। ਬੁੱਢੇ ਨੇ ਆਪਣੀ ਬੁੱਢੀਆਂ ਅਤੇ ਕਮਜ਼ੋਰ ਅੱਖਾਂ ਰਾਜੇ ਦੇ ਚਿਹਰੇ, ਉਸਦੇ ਕੱਦ-ਕਾਠ ਅਤੇ ਚਿਹਰੇ 'ਤੇ ਪੈਰੇ ਉਮਰ ਦੇ ਪਛਾਵੇ ਵੱਲ ਟਮਕਾਇਆ ਤੇ ਤਰਲਾ ਪਾ ਕੇ ਕਿਹਾ, ਮਹਾਰਾਜ, ਮੈਂ ਤੁਹਾਡੇ ਕਾਬਲ ਨਹੀਂ ਹਾਂ। ਮੈਂ ਤੁਹਾਡੀ ਦਗੇੜ ਨਹੀਂ ਚੱਲ ਸਕਦਾ। ਦਗੇੜ ਕੀ ਹੁੰਦਾ? ਬਰਾਬਰੀ। ਮੰਤਰੀ ਨੇ ਬੁੱਢੇ ਨੂੰ ਕਿਹਾ, ਉਹ ਬੇਔਲਾਦ ਹਨ। ਵੱਡੀ ਰਾਣੀ ਦੇ ਕੋਈ ਬੱਚਾ ਨਹੀਂ ਹੋਇਆ, ਇਸ ਕਰਕੇ ਉਹ ਇਸ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ। ਬੁੱਢੇ ਨੇ ਕਿਹਾ, ਮੇਰੀ ਤਾਂ ਇੱਕ ਲੜਕੀ ਹੀ ਸਹਾਰਾ ਹੈ, ਮੈਨੂੰ ਕੌਣ ਸੰਭਾਲੇਗਾ? ਰਾਜੇ ਨੇ ਕਿਹਾ, ਤੇਰੀ ਸੇਵਾ ਲਈ ਨੌਕਰ ਛੱਡ ਦਿੱਤਾ ਜਾਵੇਗਾ ਅਤੇ ਸਾਰਾ ਖਰਚਾ ਦਿੱਤਾ ਜਾਵੇਗਾ। ਬੁੱਢਾ ਆਪਣੀ ਲੜਕੀ ਨੂੰ ਰਾਜੇ ਨਾਲ ਵਿਆਹੁਣ ਲਈ ਰਜ਼ਾਮੰਦ ਹੋ ਗਿਆ। ਰਜ਼ਾਮੰਦ ਕੀ ਹੁੰਦਾ ਬੱਚੋ? ਤਿਆਰ ਹੋ ਜਾਣਾ। ਉਸ ਵਕਤ ਬੁੱਢੇ ਪਿਓ ਨੇ ਆਪਣੀ ਲਾਡਲੀ ਧੀ ਦਾ ਹੱਥ ਰਾਜੇ ਦੇ ਹੱਥ ਵਿੱਚ ਫੜਾ ਦਿੱਤਾ। ਬੱਚੋ, ਇਹ ਕਹਾਣੀ ਹੈ ਕਿ ਬਹੁਤ ਸਮਾਂ ਪਹਿਲਾਂ ਇੱਕ ਰਾਜਾ ਸੀ। ਉਸਦੀ ਵਿਸ਼ਾਲ ਵਿਰਾਸਤ ਸੀ। ਹਰ ਦਿਨ ਪ੍ਰਤੀ ਦਿਨ ਉਸਦੀ ਉਮਰ ਵੱਧ ਰਹੀ ਸੀ ਤੇ ਉਹ ਬੇਔਲਾਦ ਸੀ। ਉਸ ਕੋਲ ਕੋਈ ਔਲਾਦ ਨਹੀਂ ਸੀ। ਉਸਨੇ ਬੜੇ ਦੂਰ ਹਕੀਮਾਂ ਕੋਲੋਂ, ਡਾਕਟਰਾਂ ਕੋਲੋਂ ਇਲਾਜ ਕਰਵਾਇਆ, ਪਰ ਉਸਦੇ ਘਰ ਕੋਈ ਵੀ ਔਲਾਦ
ਨਹੀਂ ਹੋਈ। ਇੱਕ ਦਿਨ ਉਸਦੇ ਇੱਕ ਸਿਆਣੇ ਮੰਤਰੀ ਨੇ ਕਿਹਾ ਕਿ ਰਾਜਾ, ਕਿ ਤੁਸੀਂ ਤਾਂ ਰਾਜਾ ਹੋ, ਤੁਸੀਂ ਇੱਕ ਹੋਰ ਵਿਆਹ ਕਰਵਾ ਲਓ ਅਤੇ ਕਿਸੇ ਸਿਹਤਮੰਦ ਲੜਕੀ ਨਾਲ ਵਿਆਹ ਕਰਵਾ ਲਓ ਅਤੇ ਤਾਂ ਤੁਹਾਡੇ ਘਰ ਬੱਚਾ ਹੋ ਸਕਦਾ ਹੈ। ਇੱਕ ਦਿਨ ਰਾਜਾ ਆਪਣੇ ਮੰਤਰੀ ਦੇ ਨਾਲ ਜੰਗਲ ਦੀ ਸੈਰ ਨੂੰ ਗਏ। ਜੰਗਲ ਦੇ ਵਿੱਚ ਉਹਨਾਂ ਨੇ ਕੀ ਵੇਖਿਆ ਕਿ ਇੱਕ ਬੜੀ ਹੀ ਸੋਹਣੀ ਲੜਕੀ ਬੜੀ ਹੀ ਸੁੰਦਰ ਸੀ ਅਤੇ ਉਹ ਜੰਗਲ ਦੇ ਵਿੱਚ ਡੱਕੇ ਚੁੱਕ ਰਹੀ ਸੀ। ਜਦੋਂ ਮੰਤਰੀ ਅਤੇ ਰਾਜੇ ਨੂੰ ਸ਼ਾਨ ਸ਼ੌਕਤ ਵਾਲਿਆਂ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਉਹ ਜਿਹੜੀ ਲੜਕੀ ਉਹ ਡਰ ਗਈ ਅਤੇ ਉਸ ਕੋਲ ਰਾਜੇ ਨੇ ਪੁੱਛਿਆ ਕਿ ਇਹ ਲੜਕੀ, ਤੂੰ ਇੱਥੇ ਜੰਗਲ ਵਿੱਚ ਕੀ ਕਰ ਰਹੀ ਹੈ? ਅਤੇ ਲੜਕੀ ਨੇ ਉੱਤਰ ਦਿੱਤਾ, ਰੋਟੀ ਪਕਾਉਣ ਲਈ ਮੈਂ ਲੱਕੜੀਆਂ ਇਕੱਠੀਆਂ ਕਰ ਰਹੀ ਹਾਂ। ਰਾਜੇ ਨੇ ਕਿਹਾ, ਤੂੰ ਇਕੱਲੀ ਕਿਉਂ ਫਿਰਦੀ ਹੈ? ਤੇਰੀ ਮਾਂ ਕਿੱਥੇ ਹੈ? ਤਾਂ ਉਸ ਲੜਕੀ ਨੇ ਰੋਂਦੇ ਹੋਏ ਕਿਹਾ ਕਿ ਮੇਰੀ ਮਾਂ ਤਾਂ ਨਹੀਂ ਹੈ, ਮੇਰੀ ਮਾਂ ਤਾਂ ਮਰ ਚੁੱਕੀ ਹੈ, ਪਰ ਮੇਰਾ ਇੱਕ ਪਿਤਾ ਹੈ ਜਿਹੜਾ ਕਿ ਬਿਮਾਰ ਹੈ। ਤਾਂ ਉਸਨੇ ਪੁੱਛਿਆ, ਤੇਰਾ ਪਿਤਾ ਕਿੱਥੇ ਹੈ? ਅਤੇ ਕੁੜੀ ਨੇ ਜੰਗਲ ਵੱਲ ਦੂਰ ਬਣੀ ਕੁਟੀਆ ਵੱਲ ਕਿਹਾ ਕਿ ਮੇਰੇ ਪਿਤਾ ਜੀ ਉਸ ਝੁੱਗੀ ਵਿੱਚ ਹਨ। ਉਸ ਝੁੱਗੀ ਵਿੱਚ ਅਸੀਂ ਪਿਓ ਦੀ ਦੋਵੇਂ ਰਹਿੰਦੇ ਹਨ। ਕੋਲ ਖੜੋਤਾ ਮੰਤਰੀ ਬੋਲਿਆ ਕਿ ਤੂੰ ਸਾਨੂੰ ਆਪਣੇ ਪਿਤਾ ਜੀ ਕੋਲ ਲੈ ਜਾ ਸਕਣੀ ਹੈ। ਅਤੇ ਲੜਕੀ ਉਹਨਾਂ ਦੋਨਾਂ ਨੂੰ ਆਪਣੇ ਪਿਤਾ ਦੇ ਕੋਲ ਲੈ ਕੇ ਗਈ। ਲੜਕੀ ਦਾ ਬਿਰਧ ਪਿਤਾ ਘਬਰਾ ਕੇ ਉੱਠ ਖੜਾ ਹੋਇਆ ਅਤੇ ਉਸਨੂੰ ਰਾਜੇ ਨੂੰ ਦੇਖ ਕੇ ਕਿਹਾ, ਧੰਨ ਮਹਾਰਾਜ, ਅੱਜ ਕੀੜੀ ਦੇ ਘਰ ਨਾਰਾਇਣ ਆਏ ਨੇ, ਅਰਥਾਤ ਸਧਾਰਨ ਮਨੁੱਖ ਦੇ ਘਰ ਪਰਮਾਤਮਾ ਖੁਦ ਆਇਆ ਹੈ। ਮੰਤਰੀ ਨੇ ਬੁੱਢੇ ਨੂੰ ਰਾਜੇ ਲਈ ਉਸ ਲੜਕੀ ਦੇ ਰਿਸ਼ਤੇ ਲਈ ਪ੍ਰਸ਼ਨ ਕੀਤਾ। ਬੁੱਢੇ ਨੇ ਆਪਣੀਆਂ ਬੁੱਢੀਆਂ ਅਤੇ ਕਮਜ਼ੋਰ ਅੱਖਾਂ ਰਾਜੇ ਦੇ ਚਿਹਰੇ, ਉਸਦੇ ਕੱਦ ਕਾਠ ਵੱਲ ਵੇਖ ਕੇ ਕਿਹਾ ਤੇ ਉਮਰ ਦੇ ਪਛਾਵੇ ਵੱਲ ਤਰਲਾ ਪਾ ਕੇ ਕਿਹਾ, ਮਹਾਰਾਜ, ਮੈਂ ਤੁਹਾਡੇ ਕਾਬਲ ਨਹੀਂ ਹਾਂ, ਮੈਂ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ। ਮੰਤਰੀ ਨੇ ਬੁੱਢੇ ਨੂੰ ਕਿਹਾ, ਉਹ ਬੇਔਲਾਦ ਹਨ, ਵੱਡੀ ਰਾਣੀ ਦੇ ਕੋਈ ਬੱਚਾ ਨਹੀਂ ਹੈ, ਇਸ ਕਰਕੇ ਉਹ ਇਸ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ। ਬੁੱਢੇ ਨੇ ਕਿਹਾ, ਮੇਰੀ ਤਾਂ ਇਹ ਲੜਕੀ ਹੀ ਸਹਾਰਾ ਹੈ, ਮੈਨੂੰ ਕੌਣ ਸੰਭਾਲੇਗਾ? ਰਾਜੇ ਨੇ ਕਿਹਾ, ਤੇਰੀ ਸੇਵਾ ਲਈ ਨੌਕਰ ਛੱਡ ਦਿੱਤੇ ਜਾਵੇਂਗੇ ਅਤੇ ਸਾਰਾ ਖਰਚਾ ਦਿੱਤੇ ਜਾਵੇਗਾ। ਬੁੱਢਾ ਆਪਣੀ ਲੜਕੀ ਨੂੰ ਰਾਜੇ ਨਾਲ ਵਿਆਹੁਣ ਲਈ ਰਜਾਮੰਦ ਹੋ ਗਿਆ। ਉਸ ਵਕਤ ਬੁੱਢੇ ਪਿਓ ਨੇ ਆਪਣੀ ਲਾਡਲੀ ਧੀ ਦਾ ਹੱਥ ਰਾਜੇ ਦੇ ਹੱਥ ਫੜਾ ਦਿੱਤਾ। ਰਾਜਾ ਲੜਕੀ ਨੂੰ ਘੋੜੀ ਦੀ ਪਿੱਠ ਤੇ ਬਿਠਾ ਕੇ ਮਹਿਲਾਂ ਵਿੱਚ ਲੈ ਗਿਆ। ਛੋਟੀ ਰਾਣੀ ਦੀ ਆਮਦ ਦੀ ਖੁਸ਼ੀ ਵਿੱਚ ਦਰਬਾਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਆਮਦ ਕੀ ਹੁੰਦਾ? ਛੋਟੀ ਰਾਣੀ ਦੀ ਮਹਿਲਾਂ ਵਿੱਚ ਸਵਾਗਤ ਦੇ ਲਈ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਪਰ ਵੱਡੀ ਰਾਣੀ ਨੇ ਦਿਲ ਨੂੰ ਡੋਬੂ ਪੈਣ ਲੱਗੀ। ਦਿਲ ਨੂੰ ਡੋਬੀ ਪੈਣਾ, ਘਬਰਾ ਜਾਣਾ। ਸਮਾਂ ਆਪਣੀ ਚਾਲਾਂ ਚੱਲਦਾ ਗਿਆ। ਛੋਟੀ ਰਾਣੀ ਦੀ ਕੁੱਖ ਹਰੀ ਹੋ ਗਈ। ਜਿੱਥੇ ਰਾਜੇ ਦੇ ਮਨ ਵਿੱਚ ਖੁਸ਼ੀ ਦੀ ਲਹਿਰ ਸੀ ਉੱਠ ਪਈ, ਉੱਥੇ ਵੱਡੀ ਰਾਣੀ ਦੇ ਮਨ ਵਿੱਚ ਈਰਖਾ ਅਤੇ ਸਾੜੇ ਦਾ ਜਨਮ ਹੋ ਗਿਆ। ਉਹ ਮਨ ਹੀ ਮਨ ਸੋਚਦੀ, ਇਸ ਦੀ ਤਾਂ ਮਹਿਲਾਂ ਵਿੱਚ ਕਦਰ ਹੋ ਗਈ। ਸਮਝੋ, ਉਸ ਦਿਨ ਤੋਂ ਉਸ ਦੇ ਮਨ ਵਿੱਚ ਕਈ ਤਰ੍ਹਾਂ ਦੀਆਂ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਵੱਡੀ ਰਾਣੀ ਨੇ ਦਾਈ ਨਾਲ ਸਕੀਮ ਬਣਾਈ, ਬਈ ਜਿਸ ਦਿਨ ਛੋਟੀ ਰਾਣੀ ਦੇ ਬੱਚਾ ਹੋਵੇਗਾ, ਉਸ ਵਕਤ ਅਸੀਂ ਬੱਚੇ ਨੂੰ ਦੂਰ ਕਿਤੇ ਦਬਾ ਦਿੱਤਾ ਜਾਵੇਗਾ ਅਤੇ ਰਾਣੀ ਨਾਲ ਇੱਕ ਪੱਥਰ ਲਿਟਾ ਦਿੱਤਾ ਜਾਵੇਗਾ। ਦਾਈ ਨੇ ਉਸ ਨੂੰ ਆਪਣਾ ਸੋਨੇ ਦਾ 7 ਲੜੀਆਂ ਵਾਲਾ ਹਾਰ ਦੇਣ ਦਾ ਲਾਲਚ ਦਿੱਤਾ। ਬੱਚੋ, ਸਮਾਂ ਚੱਲਦਾ ਗਿਆ। ਜਿਹੜੀ ਛੋਟੀ ਰਾਣੀ ਸੀ, ਕੁੱਖ ਹਰੀ ਹੋ ਜਾਣਾ, ਕੁੱਖ ਹਰੀ ਹੋਣ ਦਾ ਤੌਰ 'ਤੇ ਔਲਾਦ ਪੈਦਾ ਹੋਣਾ। ਜਿਹੜੀ ਛੋਟੀ ਰਾਣੀ ਸੀ, ਉਸਦੇ ਘਰ ਬੱਚਾ ਹੋਣ ਵਾਲਾ ਸੀ। ਰਾਜੇ ਦੇ ਮਨ ਵਿੱਚ ਬੜੀ ਖੁਸ਼ੀ ਸੀ। ਉੱਥੇ ਹੀ ਜਿਹੜੀ ਵੱਡੀ ਰਾਣੀ ਸੀ, ਉਸਦੇ ਮਨ ਵਿੱਚ ਈਰਖਾ ਅਤੇ ਸਾੜਾ ਜਨਮ ਲੈਣ ਲੱਗਿਆ। ਕਿਉਂ ਸਾੜਾ ਸੀ? ਕਿ ਹੁਣ ਇਸ ਦੀ ਔਲਾਦ ਹੋ ਜਾਏਗੀ ਅਤੇ ਮਹਿਲਾਂ ਵਿੱਚ ਇਸ ਦੀ ਕਦਰ ਵੱਧ ਜਾਏਗੀ। ਉਸ ਦਿਨ ਤੋਂ ਉਹ ਉਸ ਬੱਚੇ ਨੂੰ ਮਾਰਨ ਲਈ ਨਵੀਆਂ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਵੱਡੀ ਰਾਣੀ ਨੇ ਦਾਈ ਨਾਲ ਸਕੀਮ ਬਣਾਈ। ਦਾਈ ਕੀ ਹੁੰਦੀ ਹੈ? ਜਿਹੜੇ ਬੱਚੇ ਨੂੰ ਪੈਦਾ ਕਰਨ ਵਿੱਚ ਮਦਦ ਕਰਦੀ ਹੈ। ਸਕੀਮ ਬਣਾਈ ਕਿ ਜਿਸ ਦਿਨ ਛੋਟੀ ਰਾਣੀ ਦੇ ਬੱਚਾ ਹੋਏਗਾ, ਉਸੇ ਵਕਤ ਉਸ ਬੱਚੇ ਨੂੰ ਦੂਰ ਕਿਤੇ ਦਬਾ ਦਿੱਤਾ ਜਾਵੇਗਾ ਅਤੇ ਰਾਣੀ ਨਾਲ ਇੱਕ ਪੱਥਰ ਲਿਟਾ ਦਿੱਤਾ ਜਾਵੇਗਾ। ਦਾਈ ਨੂੰ ਉਸ ਨੂੰ ਲਾਲਚ ਦਿੱਤਾ ਕਿ ਉਹ ਉਸ ਨੂੰ ਸੋਨੇ ਦਾ 7 ਲੜੀਆਂ ਵਾਲਾ ਹਾਰ ਉਸ ਨੂੰ ਦੇਗੀ। ਜਿਸ ਵਕਤ ਛੋਟੀ ਰਾਣੀ ਨੇ
ਲੜਕਾ ਹੋਇਆ ਉਸੇ ਵਕਤ ਵੱਡੀ ਰਾਣੀ ਨੇ ਦਾਈ ਨਾਲ ਮਿਲਾ ਕੇ ਨੰਨੇ ਰਾਜਕੁਮਾਰ ਦੀ ਥਾਂ ਚਾਟੀ ਵਿੱਚ ਪਾ ਕੇ ਸ਼ਾਹੀ ਬਾਗ ਦੇ ਪਰਲੇ ਬੰਨੇ ਦੱਬ ਦਿੱਤਾ ਅਤੇ ਛੋਟੀ ਰਾਣੀ ਦੇ ਨਾਲ ਇੱਕ ਪੱਥਰ ਪਾ ਦਿੱਤਾ। ਦੋਨਾਂ ਨੇ ਮਹਿਲਾਂ ਵਿੱਚ ਰੌਲਾ ਪਾ ਦਿੱਤਾ ਕਿ ਰਾਣੀ ਨੇ ਪੱਥਰ ਜੰਮਿਆ ਹੈ। ਰਾਜੇ ਨੂੰ ਇਹ ਸੁਣ ਕੇ ਬੜਾ ਅਫਸੋਸ ਹੋਇਆ ਤੇ ਹੈਰਾਨੀ ਹੋਈ, ਪਰ ਵੱਡੀ ਰਾਣੀ ਤੇ ਦਾਈ ਨੇ ਤਾਂ ਪੈਰਾਂ 'ਤੇ ਪਾਣੀ ਨਾ ਆਉਣ ਦਿੱਤਾ। ਪੈਰਾਂ 'ਤੇ ਪਾਣੀ ਨਾ ਆਉਣ ਦੇਣਾ ਕਿ ਆਪਣੀ ਗੱਲ ਨੂੰ ਝੂਠਾ ਸਾਬਿਤ ਨਾ ਕਰਨ ਦੇਣਾ। ਰਾਜੇ ਨੇ ਇੱਥੇ ਤੱਕ ਸਿਖਾ ਦਿੱਤਾ ਕਿ ਇਹ ਬੜੀ ਬੇਇੱਜ਼ਤੀ ਦੀ ਗੱਲ ਹੈ, ਇਸ ਨੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਹੈ। ਲੋਕ ਕੀ ਆਖਣਗੇ ਭਾਈ, ਰਾਣੀ ਨੇ ਪੱਥਰ ਜੰਮਿਆ ਹੈ। ਛੋਟੀ ਰਾਣੀ ਨੇ ਰਾਜੇ ਤੋਂ ਸਜ਼ਾ ਦਵਾ ਦਿੱਤੀ। ਸਜ਼ਾ ਲਈ ਮਹਿਲਾਂ ਉੱਪਰ ਦੁੱਧ ਦੇ ਕਟੋਰੇ ਭਰ ਕੇ ਰੱਖ ਦਿੱਤੇ ਤੇ ਰਾਣੀ ਨੂੰ ਪਾਟੇ ਪੁਰਾਣੇ ਕੱਪੜੇ ਪਵਾ ਕੇ ਕਾਂ ਉਡਾਉਣ ਲਾ ਦਿੱਤਾ। ਜੇਕਰ ਦੁੱਧ ਘਟ ਗਿਆ ਤੇ ਉਸ ਨੂੰ ਜਿੰਦੀ ਨੂੰ ਧਰਤੀ ਵਿੱਚ ਗੱਡ ਕੇ ਕੁੱਤਿਆਂ ਤੋਂ ਪੜਵਾ ਦਿੱਤਾ ਜਾਵੇਗਾ। ਰਾਣੀ ਨੇ ਕੀ ਚਾਲ ਚੱਲੀ, ਜਦੋਂ ਰਾਣੀ ਦੇ ਘਰ ਮੁੰਡਾ ਪੈਦਾ ਹੋਇਆ, ਰਾਜਕੁਮਾਰ ਪੈਦਾ ਹੋਇਆ, ਤੇ ਵੱਡੀ ਰਾਣੀ ਤੇ ਦਾਈ ਨੇ ਮਿਲ ਕੇ ਉਸਦੀ ਥਾਂ ਕੀ ਰੱਖ ਦਿੱਤਾ, ਪੱਥਰ ਰੱਖ ਦਿੱਤਾ। ਤੇ ਜਿਹੜਾ ਮੁੰਡਾ ਪੈਦਾ ਹੋਇਆ ਸੀ ਉਸ ਨੂੰ ਸ਼ਾਹੀ ਬਾਗ ਦੇ ਪਰਲੇ ਬੰਨੇ ਦੱਬ ਦਿੱਤਾ ਅਤੇ ਛੋਟੀ ਰਾਣੀ ਦੇ ਕੋਖ ਦੇ ਨਾਲ ਪੱਥਰ ਰੱਖ ਦਿੱਤਾ। ਦੋਨਾਂ ਨੇ ਮਹਿਲ ਵਿੱਚ ਕੀ ਰੌਲਾ ਕਿਉਂ ਹੁੰਦਾ, ਸ਼ੋਰ ਮਚਾ ਦਿੱਤਾ ਕਿ ਰਾਣੀ ਨੇ ਪੱਥਰ ਜੰਮਿਆ ਹੈ। ਰਾਜੇ ਨੂੰ ਇਹ ਸੁਣ ਕੇ ਬੜਾ ਅਫਸੋਸ ਹੋਇਆ। ਅਫਸੋਸ ਕੀ ਹੁੰਦਾ, ਦੁੱਖ ਅਤੇ ਹੈਰਾਨੀ ਹੋਈ, ਪਰ ਵੱਡੀ ਰਾਣੀ ਨੇ ਦਾਈ ਤੇ ਦੋਵਾਂ ਨੇ ਪੈਰਾਂ 'ਤੇ ਪਾਣੀ ਨਾ ਆਉਣ ਦਿੱਤਾ। ਸਗੋਂ ਰਾਜਾ ਨੂੰ ਵੀ ਕੀ ਸਿਖਾਇਆ ਕਿ ਇਹ ਬੜੀ ਬੇਇੱਜ਼ਤੀ ਦੀ ਗੱਲ ਹੈ, ਬੜੀ ਬੇਇੱਜ਼ਤੀ ਦੀ ਗੱਲ ਹੈ ਕਿ ਇਸ ਦੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਗਈ ਹੈ। ਲੋਕ ਕੀ ਆਖਣਗੇ ਕਿ ਰਾਣੀ ਨੇ ਪੱਥਰ ਜੰਮਿਆ ਹੈ। ਛੋਟੀ ਰਾਣੀ ਨੇ ਰਾਜੇ ਨੂੰ ਤੋਂ ਸਜ਼ਾ ਦਵਾ ਦਿੱਤੀ। ਸਜ਼ਾ ਕੀ ਸੀ ਕਿ ਮਹਿਲਾਂ ਉੱਪਰ ਦੁੱਧ ਦਾ ਕਟੋਰਾ ਭਰ ਕੇ ਰੱਖ ਦਿੱਤਾ ਤੇ ਰਾਣੀ ਨੂੰ ਪਾਟੇ ਪੁਰਾਣੇ ਕੱਪੜੇ ਪਵਾ ਕੇ ਕਾਂ ਉਡਾਉਣ ਲਾ ਦਿੱਤਾ। ਜੇਕਰ ਦੁੱਧ ਘਟ ਜਾਂਦਾ ਤਾਂ ਉਸ ਨੂੰ ਜਿੰਦੀ ਹੀ ਧਰਤੀ ਵਿੱਚ ਗੱਡ ਕੇ ਅਤੇ ਕੁੱਤਿਆਂ ਤੋਂ ਪੜਵਾ ਦਿੱਤਾ ਜਾਵੇਗਾ। ਇਹ ਸੀ ਬੱਚੋ ਕਾਠ ਦਾ ਘੋੜਾ ਕਹਾਣੀ, ਜਿਸ ਨੂੰ ਅੱਜ ਅਸੀਂ ਕਹਾਣੀ ਦਾ ਇੱਕ ਪਾਠ ਕੀਤਾ ਹੈ। ਅਸੀਂ ਕਹਾਣੀ ਦਾ ਦੂਜਾ ਪਾਠ ਕੱਲ੍ਹ ਕਰਾਂਗੇ।